ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਅਗਲੇ ਟੌਪਿਕ ਬਾਰੇ ਗੱਲ ਕਰਦੇ ਹਾਂ। ਸੋ ਉਮੀਦ ਆ ਕਿ ਤੁਹਾਨੂੰ ਇਹਦੇ ਬਾਰੇ ਜ਼ਰੂਰ ਪਤਾ ਲੱਗੇਗਾ ਔਰ ਇਨਫੋਰਮੇਸ਼ਨ ਹੈ ਜਿਹੜੀ ਤੁਹਾਡੀ ਕਲੀਅਰ ਹੋ ਜਾਏਗੀ। ਕੋਈ ਵੀ ਡਾਊਟ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ। ਤਾਂ ਫਸਟ ਦੇਖੋ, ਆਪਾਂ ਪਿਛਲੇ ਟੌਪਿਕਸ ਦੇ ਵਿੱਚ ਗੱਲ ਕੀਤੀ ਸੀਗੀ ਬਿਜ਼ਨਸ ਦੀ। ਠੀਕ ਹੈ, ਬਿਜ਼ਨਸ ਬਾਰੇ ਤਾਂ ਇਹਦੇ ਵਿੱਚ ਗੱਲ ਹੋਏਗੀ ਪ੍ਰੋਫੈਸ਼ਨ ਦੀ। ਆਪਾਂ 3 ਟੌਪਿਕਸ ਦੇਖੇ ਸੀਗੇ ਕਿ ਆਪਣੇ ਜਿਹੜੇ ਇਕਨੋਮਿਕ ਐਕਟੀਵਿਟੀ ਆ ਉਹਦੇ ਵਿੱਚ 3 ਪਾਰਟ ਹੋਣਗੇ: ਬਿਜ਼ਨਸ, ਠੀਕ ਹੈ, ਪ੍ਰੋਫੈਸ਼ਨ ਐਂਡ ਐਮਪਲੋਇਮੈਂਟ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਕਿ 3 ਜਿਹੜੇ ਕੰਮ ਆ ਇਹ ਹੋਣਗੇ: ਕਾਰੋਬਾਰ, ਕਿੱਤਾ ਔਰ ਰੁਜ਼ਗਾਰ। ਠੀਕ ਹੈ, 3 ਜਿਹੜੇ ਮੇਨ ਜਿਹੜੇ ਕੰਸੈਪਟ ਆ ਉਹ ਅੱਜ ਦੇ ਟਾਈਮ ਦੇ ਵਿੱਚ ਚੱਲ ਰਹੇ ਆ ਔਰ ਇਹ ਜਿਹੜੇ ਬਹੁਤ ਹੀ ਬੇਸਿਕ ਔਰ ਬਹੁਤ ਹੀ ਇੰਪੋਰਟੈਂਟ ਟੌਪਿਕਸ ਹੋਣਗੇ ਸਬਜੈਕਟ ਦੇ ਕਿ ਬਿਜ਼ਨਸ ਕੀ ਆ, ਪ੍ਰੋਫੈਸ਼ਨ ਕੀ ਆ ਔਰ ਇੰਪਲੋਇਮੈਂਟ ਕੀ ਹੈ। ਬਿਜ਼ਨਸ ਆਪਾਂ ਕਲੀਅਰ ਕਰ ਚੁੱਕੇ ਹਾਂ। ਬਿਜ਼ਨਸ ਵਾਲਾ ਜਿਹੜਾ ਕਾਰੋਬਾਰ ਵਾਲਾ ਕਨਸੈਪਟ ਆ ਉਹ ਆਪਾਂ ਕਲੀਅਰ ਕੀਤਾ। ਹੁਣ ਗੱਲ ਹੋ ਰਹੀ ਹੈ ਸੈਕਿੰਡ ਦੀ, ਜਿਹਨੂੰ ਆਪਾਂ ਪ੍ਰੋਫੈਸ਼ਨ ਬੋਲਦੇ ਹਾਂ। ਠੀਕ ਹੈ, ਕਿੱਤਾ ਇਹਨੂੰ ਸਿੰਪਲ ਵਰਡਸ ਦੇ ਵਿੱਚ ਕਹਿੰਦੇ ਆ। ਤਾਂ ਦੇਖੋ, ਪ੍ਰੋਫੈਸ਼ਨ ਇਜ਼ ਅ ਵਰਕ ਵਿਚ ਰਿਕੁਆਇਰਡ ਸਪੈਸ਼ਲਾਈਜ਼ਡ ਨੌਲੇਜ, ਫਾਈਨੈਂਸ਼ੀਅਲ ਐਸੋਸੀਏਸ਼ਨ, ਸਕਿੱਲ, ਨੌਲੇਜ, ਟ੍ਰੇਨਿੰਗ ਐਂਡ ਕੋਡ ਆਫ ਕੰਡਕਟ। ਪ੍ਰੋਫੈਸ਼ਨ ਇੱਕ ਇੱਦਾਂ ਦਾ ਕੰਮ ਹੋਏਗਾ ਜਿਹਦੇ ਵਿੱਚ ਆਪਾਂ ਨੂੰ ਸਪੈਸ਼ਲਾਈਜ਼ਡ, ਠੀਕ ਹੈ, ਸਪੈਸ਼ਲਾਈਜ਼ਡ ਜਿਹੜੀ ਆਪਣੇ ਕੋਲ ਪੜ੍ਹਾਈ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ। ਠੀਕ ਹੈ, ਆਪਣੇ ਕੋਲ ਪੈਸੇ ਦੇ ਨਾਲ ਜੁੜਿਆ ਸਪੋਰਟ ਹੋਣਾ ਚਾਹੀਦਾ, ਆਪਣੇ ਕੋਲ ਇੱਕ ਕਲਾ ਹੋਣੀ ਚਾਹੀਦੀ ਹੈ, ਸਕਿੱਲ ਹੋਣੀ ਚਾਹੀਦੀ ਆ ਔਰ ਉਹ ਸਕਿੱਲ ਨੂੰ ਲੈਣ ਦੇ ਲਈ, ਆਪਾਂ ਨੂੰ ਅਰਨ ਕਰਨ ਦੇ ਲਈ ਆਪਣੇ ਕੋਲ ਟ੍ਰੇਨਿੰਗ ਦੀਆਂ ਜਿਹੜੀਆਂ ਟ੍ਰੇਨਿੰਗ ਦੇ ਸਰਟੀਫਿਕੇਟ ਆ ਜਾਂ ਟ੍ਰੇਨਿੰਗ ਆਪਣੀ ਲੱਗੀ ਹੋਣੀ ਚਾਹੀਦੀ ਆ। ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਿਹੜੇ ਪ੍ਰੋਫੈਸ਼ਨ ਆ ਉਹਦੇ ਵਿੱਚ ਕੰਮ ਕਰ ਰਹੇ ਹਾਂ। ਜੇ ਕਿਸੇ ਪਰਸਨ ਨੇ ਕੋਈ ਟ੍ਰੇਨਿੰਗ ਨਹੀਂ ਲਈ, ਉਹਨੂੰ ਕਿਸੇ ਨੂੰ ਕਿਸੇ ਵੀ ਸਰਕਾਰੀ ਸੰਸਥਾ ਨੇ ਕੋਈ ਸਰਟੀਫਿਕੇਟ ਨਹੀਂ ਦਿੱਤਾ, ਕੋਡ ਆਫ ਕੰਡਕਟ ਆ ਜਿਹੜਾ ਨਹੀਂ ਜਾਰੀ ਕੀਤਾ, ਉਹਨੂੰ ਆਪਾਂ ਪ੍ਰੋਫੈਸ਼ਨ ਨਹੀਂ ਬੋਲ ਸਕਦੇ। ਇਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜਿਹੜਾ ਪਰਸਨ ਕਿਸੇ ਕੰਮ ਦੇ ਵਿੱਚ ਵਿਸ਼ੇਸ਼ ਹੋਵੇ, ਯਾਨੀ ਕਿ ਸਪੈਸ਼ਲਾਈਜ਼ਡ ਹੋਵੇ, ਉਹਨੂੰ ਹਰੇਕ ਨੌਲੇਜ ਹੋਵੇ, ਉਹਨੂੰ ਆਪਾਂ ਪ੍ਰੋਫੈਸ਼ਨ ਬੋਲ ਸਕਦੇ ਹਾਂ। ਸੋ ਸਿੰਪਲ ਵਰਡ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਅ ਪਰਸਨ ਹੈਵਿੰਗ ਸਪੈਸ਼ਲਾਈਜ਼ਡ, ਵਿਸ਼ੇਸ਼, ਠੀਕ ਹੈ, ਗਿਆਨ, ਨੌਲੇਜ, ਟ੍ਰੇਨਿੰਗ ਆਰ ਕਾਲਡ ਪ੍ਰੋਫੈਸ਼ਨ। ਜਿਹਦੇ ਕੋਲ ਬਹੁਤ ਹੀ ਵਧੀਆ ਗਿਆਨ, ਉਹਦੇ ਕੋਲ ਜਾਣਕਾਰੀ ਔਰ ਇੱਕ ਟ੍ਰੇਨਿੰਗ ਹੋਵੇ ਤਾਂ ਉਹਨੂੰ ਆਪਾਂ ਪ੍ਰੋਫੈਸ਼ਨ ਆ ਜਿਹੜਾ ਉਹ ਕਹਿ ਸਕਦੇ ਹਾਂ। ਐਗਜ਼ਾਮਪਲ ਦਿੱਤੀਆਂ ਨੇ, ਠੀਕ ਹੈ, 2 ਅਲੱਗ ਅਲੱਗ ਐਗਜ਼ਾਮਪਲਸ ਨੇ ਜਿਹਦੇ ਵਿੱਚ ਆਪਾਂ ਕੌਣ ਪ੍ਰੋਫੈਸ਼ਨਲ ਆ ਔਰ ਕਿਹੜਾ ਪ੍ਰੋਫੈਸ਼ਨ ਆ, ਕੌਣ ਕਿੱਤਾਕਾਰ ਆ ਔਰ ਕਿਹੜੇ ਕਿਹੜੇ ਕੰਮ ਆ। ਠੀਕ ਹੈ, ਉਹਨਾਂ ਬਾਰੇ ਆਪਾਂ ਜਾਣਕਾਰੀ ਲੈ ਸਕਦੇ ਹਾਂ ਵੀ ਜਿਹਨੂੰ ਆਪਾਂ ਅਸਲ ਦੇ ਵਿੱਚ ਪ੍ਰੋਫੈਸ਼ਨ ਬੋਲਦੇ ਹਾਂ। ਹਰੇਕ ਕੋਈ ਪ੍ਰੋਫੈਸ਼ਨਲ ਨਹੀਂ ਹੋ ਸਕਦਾ। ਠੀਕ ਹੈ, ਕੁਛ ਕੁ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਸਰਟੀਫਿਕੇਟ ਲੈਣ ਤੋਂ ਬਾਅਦ ਹੀ ਕੋਈ ਪਰਸਨ ਹੈ ਜਿਹੜਾ ਉਹ ਪ੍ਰੋਫੈਸ਼ਨਲ ਹੋ ਸਕਦਾ। ਜਿਵੇਂ ਕੋਈ ਵੀ ਡਾਕਟਰੀ ਲਾਈਨ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ MBBS ਦਾ ਜਿਹੜਾ ਟੈਸਟ ਆ ਉਹ ਕਲੀਅਰ ਕਰਨਾ ਪਏਗਾ। ਮੈਡੀਕਲ ਲਾਈਨ ਦੇ ਵਿੱਚ, ਡਾਕਟਰੀ ਸਟਰੀਮ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹਨੂੰ MBBS ਦਾ ਟੈਸਟ ਆ ਜਿਹੜਾ ਉਹ ਕਲੀਅਰ ਕਰਨ ਤੋਂ ਬਾਅਦ ਹੀ ਡਾਕਟਰੀ ਜਿਹੜੀ ਫੈਸਿਲਿਟੀ ਉਹ ਮਿਲ ਸਕਦੀ ਆ ਜਾਂ ਉਹਨੂੰ ਆਪਾਂ ਡਾਕਟਰ ਬੋਲ ਸਕਦੇ ਹਾਂ। ਸੋ ਉਸੇ ਤਰ੍ਹਾਂ ਹੀ ਬਾਕੀ ਅਲੱਗ-ਅਲੱਗ ਜਿਹੜੀਆਂ ਸਟਰੀਮ ਆ ਉਹਦੇ ਵਿੱਚ ਜਾਣ ਦੇ ਲਈ ਵੀ ਉਹਨਾਂ ਨੂੰ ਕੁਛ ਸਟੱਡੀ ਆ, ਕੁਛ ਜਿਹੜੇ ਸਰਟੀਫਿਕੇਟ ਆ ਉਹ ਲੈਣੇ ਪੈਣਗੇ। ਜਦੋਂ ਆਪਾਂ ਗੱਲ ਕਰੀਏ ਲਾਇਰ ਦੀ, ਠੀਕ ਹੈ, ਵਕੀਲ ਦੀ, ਤਾਂ ਉਹਨੂੰ ਕਹਿ ਸਕਦੇ ਹਾਂ ਆਪਾਂ ਵੀ ਉਹਨੂੰ ਲੀਗਲ ਪ੍ਰੋਫੈਸ਼ਨ ਆ ਜਿਹੜਾ ਉਹ ਕਰਨਾ ਪਏਗਾ, ਉਹਨੂੰ ਵਕਾਲਤ ਕਰਨੀ ਪਏਗੀ ਲਾਇਰ ਬਣਨ ਦੇ ਲਈ। ਲੀਗਲ ਪ੍ਰੋਫੈਸ਼ਨ ਜਿਹੜਾ ਉਹਨੂੰ ਕਰਨਾ ਪਏਗਾ, ਤਾਂ ਕਰਕੇ ਆਪਾਂ ਉਹਨੂੰ ਲਾਇਰ ਕਹਿ ਦਿੰਦੇ ਹਾਂ। ਡਾਕਟਰ ਦੀ ਗੱਲ ਕਰੀਏ ਤਾਂ ਉਹਨੂੰ ਮੈਡੀਕਲ ਪ੍ਰੋਫੈਸ਼ਨ ਦੀਆਂ ਜਿਹੜੀਆਂ ਸੇਵਾਵਾਂ ਹੋਣਗੀਆਂ ਉਹ ਲੈਣੀਆਂ ਹੋਣਗੀਆਂ। ਮੈਡੀਕਲ ਸਟਰੀਮ ਦੇ ਵਿੱਚ ਉਹਨੂੰ ਕੀ ਆ, ਪੂਰਾ BSc BCA ਜਾਂ ਕਹਿ ਸਕਦੇ ਹਾਂ MSc ਵਗੈਰਾ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ ਉਹਦੇ ਰਿਲੇਟਿਡ ਸਟੱਡੀ ਕਰਨੀ ਪਏਗੀ। ਇੰਜੀਨੀਅਰਿੰਗ ਦੇ ਲਈ ਉਹਨਾਂ ਨੂੰ ਇੰਜੀਨੀਅਰਿੰਗ ਜਿਹੜੇ ਕਾਲਜਿਸ ਆ, ਇੰਜੀਨੀਅਰਿੰਗ ਜਿਹੜੇ ਪ੍ਰੋਫੈਸ਼ਨਲ ਆ ਉਹਦੇ ਤੋਂ ਉਹਨੂੰ ਇਨਫੋਰਮੇਸ਼ਨ ਜਾਂ ਸਰਟੀਫਿਕੇਟ ਆ ਜਿਹੜੀ ਉਹ ਲੈਣੀ ਪਏਗੀ, ਯਾਨੀ ਕਿ ਉਹਨੂੰ ਸਟੱਡੀ ਕਰਨੀ ਪਏਗੀ। ਡਿਗਰੀ ਜਾਂ ਕਹਿ ਸਕਦੇ ਹਾਂ ਕਿ ਮਾਸਟਰ ਡਿਗਰੀ ਉਹਨੂੰ ਕਰਨੀ ਪਏਗੀ, ਫਿਰ ਹੀ ਉਹਨੂੰ ਆਪਾਂ ਇੰਜੀਨੀਅਰ ਬੋਲ ਸਕਦੇ ਹਾਂ। CA ਚਾਰਟਰਡ ਅਕਾਊਂਟੈਂਟ ਕਮਰਸ ਸਟਰੀਮ ਦੇ ਵਿੱਚ ਇਹ ਆਉਂਦਾ। ਠੀਕ ਹੈ, ਆਫਟਰ BCom ਕੁਛ ਸਟੂਡੈਂਟ ਆ ਜਾਂ BCom ਦੇ ਨਾਲ ਨਾਲ ਕੁਛ ਸਟੂਡੈਂਟ ਆ ਚਾਰਟਰਡ ਅਕਾਊਂਟੈਂਟ ਦੀ ਜਿਹੜੀ ਇੱਕ ਪੋਸਟ ਆ ਉਹਦੇ ਲਈ ਅਪਲਾਈ ਕਰਦੇ ਆ। 5 ਈਅਰ ਦਾ ਇਹ ਕੋਰਸ ਹੁੰਦਾ ਔਰ ਇਸ ਤੋਂ ਬਾਅਦ ਕਿਸੇ ਵੀ ਏਰੀਆ ਦੇ ਵਿੱਚ ਅਕਾਊਂਟੈਂਸੀ ਦੀ ਜਿਹੜੀ ਜੋਬ ਆ ਉਹ ਮਿਲ ਸਕਦੀ ਹੈ। ਔਰ ਉਹਦੇ ਨਾਲ ਤੁਸੀਂ ਕੀ ਕਰਦੇ ਹੋ ਕਿ ਜਿਹੜੀਆਂ ਅਕਾਊਂਟ ਦੀਆਂ ਜਿਹੜੀਆਂ ਐਂਟਰੀਜ਼ ਆ ਜਾਂ ਕਿੰਨਾ ਜੋ ਵੀ ਅਕਾਊਂਟ ਦੀ ਕੈਲਕੂਲੇਸ਼ਨ ਆ ਉਹ ਕਰੀ ਜਾਂਦੀ ਹੈ। ਤਾਂ ਇਹ ਸਾਰੀਆਂ ਕੰਮ ਨੇ ਜਿਹੜੇ ਉਹ ਅਕਾਊਂਟਿੰਗ ਪ੍ਰੋਫੈਸ਼ਨਲ ਦੇ ਜ਼ਰੀਏ ਹੀ ਉਹ ਕਰ ਸਕਦੇ ਔਰ ਉਹਨਾਂ ਨੂੰ ਉਹਦੇ ਲਈ ਸਟੱਡੀ ਹੈ ਜਿਹੜੀ ਉਹ ਕਰਨੀ ਪਏਗੀ। ਆਪਣੇ ਜਿਹੜੇ ਐਕਸਪੈਂਸ ਆ, ਜਿਹੜੇ ਖਰਚੇ ਆ ਜਿਹੜੇ ਉਹ ਕਰਨੇ ਪੈਣਗੇ।
ਸੋ ਇਹ ਕਹਿ ਸਕਦੇ ਹਾਂ ਸਿੰਪਲ ਵੇ ਦੇ ਵਿੱਚ ਕਿ ਇੱਕ ਉਹ ਵਾਲਾ ਪਰਸਨ ਜਿਹੜਾ ਆਪਣੇ ਕਸਟਮਰ ਨੂੰ, ਗ੍ਰਾਹਕ ਨੂੰ ਕੋਈ ਸੇਵਾ ਪ੍ਰਦਾਨ ਕਰ ਰਿਹਾ ਜਿਹਦੇ ਬਦਲੇ ਵਿੱਚ ਉਹਨੂੰ ਕੋਈ ਪੈਸਾ ਮਿਲਦਾ, ਫੀਸ ਮਿਲਦੀ ਆ, ਉਹਨੂੰ ਆਪਾਂ ਪ੍ਰੋਫੈਸ਼ਨ ਬੋਲ ਸਕਦੇ ਹਾਂ। ਨਾ ਕਿ ਕੋਈ ਵੀ ਪਰਸਨ ਜਿਹੜਾ ਸਿੰਪਲ ਵੇ ਦੇ ਵਿੱਚ ਕੰਮ ਕਰ ਰਿਹਾ ਔਰ ਉਹ ਕਿਸੇ ਤੋਂ ਪੈਸਾ ਲੈ ਰਹੇ ਉਹਨੂੰ ਪ੍ਰੋਫੈਸ਼ਨਲ ਬੋਲਾਂਗੇ। ਪ੍ਰੋਫੈਸ਼ਨਲ ਹਮੇਸ਼ਾ ਉਹੀ ਰਹੇਗਾ ਜਿਹਦੇ ਕੋਲ ਸਬੂਤ ਹੋਵੇ ਕਿ ਮੈਂ ਐਜ਼ ਆ ਪ੍ਰੋਫੈਸ਼ਨਲ ਕੰਮ ਕਰ ਰਿਹਾ, ਸਰਟੀਫਿਕੇਟ ਹੋਣ। ਸੋ ਉਹਨੂੰ ਹੀ ਆਪਾਂ ਪ੍ਰੋਫੈਸ਼ਨਲ ਦਾ ਜਿਹੜਾ ਵਰਡ ਆ ਉਹ ਯੂਜ਼ ਕਰਦੇ ਹਾਂ ਉਹਦੇ ਨਾਮ ਦੇ ਨਾਲ। ਨੈਕਸਟ ਹੈਗਾ ਕਿ ਕੁਝ ਫੀਚਰਸ ਨੇ ਪ੍ਰੋਫੈਸ਼ਨ ਦੇ, ਕਿ ਕਿਹੜੇ ਕਿਹੜੇ ਵਿਸ਼ੇਸ਼ਤਾਵਾਂ ਹੋਣਗੀਆਂ, ਗੁਣ ਹੋਣਗੀਆਂ ਫੀਚਰਸ ਦੇ, ਇਹਦੇ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ ਹੋਣਗੀਆਂ ਪ੍ਰੋਫੈਸ਼ਨ ਦੇ। ਪਹਿਲਾ ਹੋਏਗਾ ਕਿ ਸਿਸਟਮੈਟਿਕਲੀ ਨੌਲੇਜ ਉਹਦੇ ਕੋਲ ਹੋਣੀ ਚਾਹੀਦੀ ਹੈ, ਵੀ ਅਕੋਰਡਿੰਗ ਟੂ ਸਿਸਟਮ ਉਹਦੇ ਕੋਲ ਸਾਰੇ ਸਰਟੀਫਿਕੇਟ, ਪ੍ਰੂਫ, ਉਹਦੇ ਕੋਲ ਰਿਟਨ ਡਾਕੂਮੈਂਟ ਆ ਜਿਹੜੇ ਉਹ ਹੋਣੇ ਚਾਹੀਦੇ ਆ। ਸਰਟੀਫਿਕੇਟ ਦੀ ਗੱਲ ਹੋਈ ਹੈ ਕਿ ਉਹਦੇ ਕੋਲ ਪ੍ਰੂਫ ਹੋਵੇ ਕਿ ਮੈਂ ਐਜ਼ ਆ ਪ੍ਰੋਫੈਸ਼ਨਲ ਕੰਮ ਕਰ ਰਿਹਾ, ਮੇਰੇ ਕੋਲ ਨੌਲੇਜ ਹੈ ਜਿਹੜੀ ਉਹ ਰਿਟਨ ਦੇ ਵਿੱਚ ਔਰ ਔਰਲ ਦੇ ਰੂਪ ਦੇ ਵਿੱਚ ਹੈ ਜਿਹੜੀ ਉਹ ਪੂਰੀ ਤਰ੍ਹਾਂ ਸਹੀ ਆ, ਮੈਨੂੰ ਗਵਰਨਮੈਂਟ ਦੁਆਰਾ ਪ੍ਰੂਫ ਕੀਤਾ, ਮੈਨੂੰ ਸਰਟੀਫਾਈਡ ਜਿਹੜਾ ਕੀਤਾ ਹੋਇਆ ਕਿ ਸਰਟੀਫਿਕੇਟ ਹੈ ਮੇਰੇ ਕੋਲ ਵੀ ਮੈਂ ਇੱਥੋਂ ਇਸ ਜਗ੍ਹਾ ਤੋਂ, ਇਸ ਕਾਲਜ ਤੋਂ, ਇਸ ਇੰਸਟੀਚਿਊਟ ਤੋਂ ਕੋਈ ਜਾਣਕਾਰੀ ਹੈ ਜਿਹੜੀ ਉਹ ਲਈ ਆ। ਨੈਕਸਟ ਹੋਏਗਾ ਸਰਵਿਸ ਮੋਟਿਵ। ਹੁਣ ਸਰਵਿਸ ਮੋਟਿਵ ਦਾ ਮਤਲਬ ਹੋਏਗਾ ਕਿ ਸੇਵਾ ਦਾ ਉਦੇਸ਼। ਕੋਈ ਵੀ ਪ੍ਰੋਫੈਸ਼ਨਲ ਆ, ਜਿਵੇਂ ਆਪਾਂ ਬਿਜ਼ਨਸ ਦੀ ਗੱਲ ਕੀਤੀ ਸੀ, ਕੰਪੈਰੀਜ਼ਨ ਬਿਜ਼ਨਸ ਦੀ ਲਈਏ ਤਾਂ ਬਿਜ਼ਨਸ ਦਾ ਮੇਨ ਮੋਟਿਵ ਸੀਗਾ ਪ੍ਰੋਫਿਟ ਅਰਨ ਕਰਨਾ, ਪੈਸਾ ਕਮਾਉਣਾ। ਪਰ ਜਦੋਂ ਗੱਲ ਕਰਦੇ ਹਾਂ ਪ੍ਰੋਫੈਸ਼ਨ ਦੀ, ਤਾਂ ਪ੍ਰੋਫੈਸ਼ਨ ਦੇ ਵਿੱਚ ਇੱਕੋ ਚੀਜ਼ ਆਉਂਦੀ ਆ ਕਿ ਸਰਵਿਸ ਫਸਟ, ਪ੍ਰੋਫਿਟ ਸੈਕਿੰਡ। ਠੀਕ ਹੈ, ਬਿਜ਼ਨਸ ਦਾ ਸੀਗਾ ਰੂਲ ਕਿ ਪ੍ਰੋਫਿਟ ਫਸਟ ਅਤੇ ਸਰਵਿਸ ਸੈਕਿੰਡ। ਪਰ ਜਦੋਂ ਪ੍ਰੋਫੈਸ਼ਨ ਦੀ ਗੱਲ ਹੋਵੇ ਤਾਂ ਇਹਦਾ ਮੇਨ ਮੋਟਿਵ ਰਹੇਗਾ ਕਿ ਲੋਕਾਂ ਨੂੰ ਪਹਿਲਾਂ ਸੇਵਾ ਪ੍ਰਦਾਨ ਕਰਨੀ, ਸੇਵਾ ਦੇਣੀ, ਉਹਨਾਂ ਦੀ ਹੈਲਪ ਕਰਨੀ, ਫਿਰ ਕਿਸੇ ਨੂੰ ਉਹਦੇ ਪੈਸੇ ਦੇ ਰਿਲੇਟਿਡ ਜਿਹੜੀ ਇਨਫੋਰਮੇਸ਼ਨ ਆ ਉਹ ਡਿਸਕਸ ਕਰਨੀ। ਤਾਂ ਇਹ ਕਹਿ ਸਕਦੇ ਹਾਂ ਕਿ ਮੇਨ ਮੋਟਿਵ ਹੈਗਾ ਪ੍ਰੋਫੈਸ਼ਨ ਦਾ ਕਿ ਸਰਵਿਸ ਪ੍ਰੋਵਾਈਡ ਕਰਨਾ ਕਸਟਮਰਸ ਨੂੰ, ਉਹਨਾਂ ਦੀ ਹੈਲਪ ਕਰਨਾ। ਅੱਗੇ ਹੈ ਪ੍ਰੋਫੈਸ਼ਨਲ ਐਸੋਸੀਏਸ਼ਨ। ਕੋਈ ਵੀ ਪ੍ਰੋਫੈਸ਼ਨਲ ਐਸੋਸੀਏਸ਼ਨ ਆ ਤਾਂ ਉਹਦੇ ਵਿੱਚ ਕੀ ਹੈ, ਸੰਸਥਾ ਕਹਿ ਸਕਦੇ ਹਾਂ ਕਿ ਪ੍ਰੋਫੈਸ਼ਨਲ ਜਿਹੜੀਆਂ ਸੰਸਥਾਵਾਂ ਨੇ ਐਸੋਸੀਏਸ਼ਨ ਆ, ਤਾਂ ਉਹਦੇ ਵਿੱਚ ਕੀ ਆ, ਉਹਨਾਂ ਨੂੰ ਅਲੱਗ-ਅਲੱਗ ਐਕਟੀਵਿਟੀਜ਼ ਆ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਕੋਈ ਵੀ ਪ੍ਰੋਫੈਸ਼ਨਲ ਆ, ਕੋਈ ਵੀ ਜਿਹੜੀ ਸੰਸਥਾ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਯੂਨੀਵਰਸਿਟੀ ਆ, ਕੋਈ ਗਵਰਨਮੈਂਟ ਸੰਸਥਾ, ਉਹ ਕੀ ਉਹਨਾਂ ਨੂੰ ਇੱਕ ਸਰਟੀਫਿਕੇਟ ਪ੍ਰੋਵਾਈਡ ਕਰੇਗੀ। ਉਹਨਾਂ ਦੇ ਜਿਹੜੀ ਰਿਪਰਜੈਂਟੇਟਿਵ ਯਾਨੀ ਕਿ ਜਿਹੜੇ ਉਹਨਾਂ ਨੂੰ ਦਰਸਾ ਰਹੇ ਹੋਣਗੇ ਉਹ ਸਰਟੀਫਿਕੇਟ ਉਹਨਾਂ ਨੂੰ ਦੇਣਗੇ ਤਾਂ ਕਿ ਉਹ ਕਿਸੇ ਵੀ ਕੰਮ ਦੇ ਵਿੱਚ ਪ੍ਰੈਕਟਿਸ ਦੇ ਲਈ ਅੱਗੇ ਜਾ ਸਕਣ। ਹੁਣ ਜਿਵੇਂ ਡਾਕਟਰ ਦੀ ਗੱਲ ਕਰਦੇ ਹਾਂ, ਡਾਕਟਰ ਜਦੋਂ ਵੀ ਕਿਸੇ ਫੀਲਡ ਦੇ ਵਿੱਚ ਆਉਂਦੇ ਆ, ਕਿਸੇ ਵੀ ਫੀਲਡ ਦੇ ਵਿੱਚ ਉਹ ਆਪਣਾ ਕੰਮ ਸਟਾਰਟ ਕਰਦੇ ਆ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਸਟੱਡੀ ਦੇਖੀ ਜਾਂਦੀ ਹੈ ਵੀ ਉਹਨਾਂ ਨੇ ਕਿਹੜੀ ਕਿਹੜੀ ਸਟੱਡੀ ਕੀਤੀ ਆ, ਕਿਹੜੀ ਕਿਹੜੀ ਇੰਸਟੀਚਿਊਟ ਤੋਂ ਉਹਨਾਂ ਨੂੰ ਸਰਟੀਫਿਕੇਟ ਮਿਲੇ ਹੋਏ ਆ। ਉਸ ਤੋਂ ਬਾਅਦ ਹੀ ਉਹਨਾਂ ਦੇ ਨਾਮ ਦੇ ਨਾਲ ਡਾਕਟਰ ਵਰਡਾ ਲਗਾਇਆ ਜਾਂਦਾ। ਜਾਂ ਕੋਈ ਵੀ ਜਿਹੜਾ ਮੈਡੀਕਲ ਕਲੀਨਿਕ ਜਿਹੜਾ ਸਟਾਰਟ ਕਰ ਰਿਹਾ ਤਾਂ ਹਮੇਸ਼ਾ ਆਪਦੇ ਮੈਡੀਕਲ ਜਾਂ ਕਲੀਨਿਕ ਦੇ ਵਿੱਚ ਏਰੀਆ ਦੇ ਵਿੱਚ ਆਪਣੇ ਸਰਟੀਫਿਕੇਟਸ ਨੂੰ ਕੀ ਆ ਫਰੇਮ ਕਰਕੇ ਰੱਖਦਾ ਕਿ ਜੇ ਕੋਈ ਪੁੱਛ ਰਿਹਾ ਤਾਂ ਮੈਂ ਉਹਨਾਂ ਨੂੰ ਦੱਸ ਸਕਾਂ ਕਿ ਮੇਰੇ ਕੋਲ ਪ੍ਰੂਫ ਹੈ ਕਿ ਮੈਂ ਐਜੂਕੇਟਡ ਆ, ਮੇਰੇ ਕੋਲ ਪਰਸਨਲ ਜਿਹੜੀਆਂ ਸਕਿੱਲਸ ਹੈਗੀਆਂ ਉਹਦੇ ਲਈ ਮੇਰੇ ਕੋਲ ਸਰਟੀਫਿਕੇਟ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਫੈਸ਼ਨਲ ਜਿਹੜੇ ਇੱਕ ਸੰਸਥਾ ਹੈ, ਐਸੋਸੀਏਸ਼ਨ ਆ, ਉਹਦੇ ਤੋਂ ਮਿਲੀ ਹੋਣੀ ਚਾਹੀਦੀ ਹੈ। ਸੰਸਥਾ ਦੇ ਵਿੱਚ ਉਹਨਾਂ ਨੂੰ ਕੋਡ ਆਫ ਕੰਡਕਟ ਦੇ ਜ਼ਰੀਏ ਮਿਲੀ ਹੋਣੀ ਚਾਹੀਦੀ ਆ। ਤਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਇਨਫੋਰਮੇਸ਼ਨ ਹੈ ਜਿਹੜੀ ਉਹ ਸਹੀ ਹੋਵੇ, ਰਿਲਾਏਬਲ ਹੋਵੇ ਔਰ ਉਹਨੂੰ ਕੀ ਇੱਕ ਮਾਨਤਾ ਪ੍ਰਾਪਤ ਹੋਵੇ। ਨੈਕਸਟ ਹੈਗਾ ਕਿ ਐਗਜ਼ਾਮਪਲ ਦੇ ਤੌਰ 'ਤੇ ਦੱਸਦੇ ਹਾਂ ਕਿ ਜੇ ਕੋਈ ਮੈਡੀਕਲ ਸਟਰੀਮ ਦੇ ਵਿੱਚ ਜਾ ਰਿਹਾ ਤਾਂ ਉਹਨੂੰ ਮੈਡੀਕਲ ਪ੍ਰੋਫੈਸ਼ਨ ਦੁਆਰਾ ਇੱਕ ਰੈਗੂਲੇਟ ਕੀਤਾ ਹੋਇਆ ਸਰਟੀਫਿਕੇਟ ਦਿੱਤਾ ਜਾਊਗਾ, ਜਿਹੜਾ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਇਸ਼ੂ ਕੀਤਾ ਜਾਏਗਾ। ਮੈਡੀਕਲ ਕੌਂਸਲ ਆਫ ਇੰਡੀਆ, ਠੀਕ ਹੈ, ਉਹ ਇੱਕ ਸਰਟੀਫਿਕੇਟ ਜਾਰੀ ਕਰੂਗੀ। ਜਿਹੜਾ ਵੀ ਪਰਸਨ ਮੈਡੀਕਲ ਕਰ ਰਿਹਾ ਜਾਂ BSc ਨਾਨ ਮੈਡੀਕਲ ਦੇ ਵਿੱਚ ਜਿਹੜੀਆਂ ਵੀ ਸਟਰੀਮਾਂ ਉਹ ਕਰ ਰਿਹਾ, ਉਹ ਫਾਈਨਲ ਡਿਗਰੀ ਦੇ ਵਿੱਚ ਉਹਨਾਂ ਨੂੰ ਮੈਡੀਕਲ ਕੌਂਸਲ ਆਫ ਇੰਡੀਆ ਦੇ ਵਿੱਚ ਇੱਕ ਸਰਟੀਫਿਕੇਟ ਦਿੱਤਾ ਜਾਊਗਾ। ਲੀਗਲ ਪ੍ਰੋਫੈਸ਼ਨ, ਜਦੋਂ ਲੀਗਲ ਪ੍ਰੋਫੈਸ਼ਨਲ ਦੇ ਸਾਈਡ 'ਤੇ ਜਾਂਦੇ ਹਾਂ ਤਾਂ ਲੀਗਲ ਪ੍ਰੋਫੈਸ਼ਨ ਦੇ ਵਿੱਚ ਹੋਊਗਾ ਕਿ ਜਿਵੇਂ ਆਪਾਂ ਕਹਿ ਦਈਏ ਕਿ ਲਾਇਰ ਆ, ਠੀਕ ਹੈ, ਆਪਾਂ ਲਾਇਰਸ ਦੀ ਗੱਲ ਕੀਤੀ ਹੈ। ਅਗਰ ਕੋਈ ਲਾਇਰ ਬਣਨਾ ਚਾਹੁੰਦਾ ਤਾਂ ਉਹਨੂੰ ਕੀ ਹੈ ਲੀਗਲ ਯਾਨੀ ਕਿ ਇੱਕ ਕਾਨੂੰਨੀ ਵਕਾਲਤ ਕਰਨੀ ਪਏਗੀ। ਉਹਦੇ ਵਿੱਚ ਉਹਨੂੰ ਕੀ ਹੈ ਟ੍ਰੇਨਿੰਗ ਲਗਾਈ ਜਾਏਗੀ, ਉਹਦੇ ਵਿੱਚੋਂ ਉਹਨੂੰ ਸਰਟੀਫਿਕੇਟ ਆ ਜਿਹੜਾ ਉਹ ਇਸ਼ੂ ਕੀਤਾ ਜਾਏਗਾ ਔਰ ਉਹ ਲੀਗਲ ਕੌਂਸਲ ਹੈ ਜਿਹੜੀ ਉਹ ਲੀਗਲ ਬਾਰ ਕੌਂਸਲ ਹੈ ਜਿਹੜੀ ਆਪਣੀ ਇੰਡੀਆ ਦੀ ਉਹ ਇਸ਼ੂ ਕਰੂਗੀ। ਬਾਰ ਕੌਂਸਲ ਦੁਆਰਾ ਇਸ਼ੂ ਕੀਤਾ ਜਾਏਗਾ ਇਹ ਵਾਲਾ ਸਰਟੀਫਿਕੇਟ। ਅੱਗੇ ਹੈ ਰਿਸਟ੍ਰਿਕਟਡ ਐਂਟਰੀ। ਕੋਈ ਵੀ ਪਰਸਨ ਬਿਨਾਂ ਸਰਟੀਫਿਕੇਟ ਤੋਂ ਉਹ ਆਪਾਂ ਕਹਿ ਸਕਦੇ ਹਾਂ ਕਿ ਉਹ ਪ੍ਰੋਫੈਸ਼ਨਲ ਨਹੀਂ ਹੋਏਗਾ। ਕਿਸੇ ਵੀ ਪਰਸਨ ਨੂੰ ਆਉਣ ਦੀ ਮਨਾਹੀ ਹੋਏਗੀ। ਅਗਰ ਤਾਂ ਸਰਟੀਫਿਕੇਟ ਹੈ, ਉਹਦੇ ਕੋਲ ਐਂਟਰੀ ਦੇ ਲਈ ਪੂਰੀ ਟ੍ਰੇਨਿੰਗ ਹੈ, ਪ੍ਰੋਪਰ ਉਹਦੇ ਕੋਲ ਪ੍ਰੂਫ ਹੈ, ਤਾਂ ਹੀ ਉਹ ਐਂਟਰੀ ਕਰ ਸਕਦਾ ਪ੍ਰੋਫੈਸ਼ਨਲ ਦੇ ਵਿੱਚ, ਅਦਰਵਾਈਜ਼ ਨਹੀਂ।
ਆ ਦੇਖੋ, ਐਂਟਰੀ ਟੂ ਐਵਰੀ ਪ੍ਰੋਫੈਸ਼ਨ ਇਜ਼ ਰਿਸਟ੍ਰਿਕਟਡ ਔਨ ਦੀ ਬੇਸਿਸ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ। ਹਰੇਕ ਪਰਸਨ ਨੂੰ ਐਡ ਹੋਣ ਦੇ ਲਈ, ਐਂਟਰ ਕਰਨ ਦੇ ਲਈ ਐਜੂਕੇਸ਼ਨ ਔਰ ਟ੍ਰੇਨਿੰਗ ਦਾ ਹੋਣਾ ਕੰਪਲਸਰੀ ਆ, ਪਰ ਐਜੂਕੇਸ਼ਨ ਹੈ ਜਿਹੜੀ ਉਹ ਪ੍ਰੋਫੈਸ਼ਨ ਦੇ ਨਾਲ ਮੈਚ ਕਰਦੀ ਹੋਵੇ। ਹੁਣ ਜੇ ਆਪਾਂ ਕਹੀਏ ਵੀ ਕੋਈ ਲਾਇਰ ਦੀ ਡਿਗਰੀ ਲੈ ਕੇ, ਠੀਕ ਹੈ, ਕਿਸੇ ਨੇ ਲਾਇਰ ਦੀ ਡਿਗਰੀ ਲਈ ਆ ਔਰ ਉਹ ਲਾਇਰ ਦੀ ਡਿਗਰੀ ਲੈਣ ਤੋਂ ਬਾਅਦ ਉਹ ਕਹਿ ਦੇ ਕਿ ਮੈਂ ਮੈਡੀਕਲ ਦੇ ਵਿੱਚ ਡਾਕਟਰ ਬਣਨਾ, ਠੀਕ ਹੈ, ਤਾਂ ਉਹਦੇ ਲਈ ਤਾਂ ਉਹ ਅਪਲਾਈ ਕਰ ਹੀ ਨਹੀਂ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਰੀਜ਼ਨ ਇਹ ਹੋਊਗਾ ਕਿ ਉਹਦੇ ਕੋਲ ਜਿਹੜੇ ਸਰਟੀਫਿਕੇਟ ਹੋਣਗੇ, ਉਹਦੇ ਕੋਲ ਐਜੂਕੇਸ਼ਨ ਹੋਏਗੀ, ਟ੍ਰੇਨਿੰਗ ਹੋਏਗੀ, ਉਹ ਲਾਇਰ ਦੇ ਲਈ ਆ, ਨਾ ਕਿ ਕਿਸੇ ਡਾਕਟਰ ਦੇ ਲਈ, ਠੀਕ ਹੈ। ਤਾਂ ਉਸ ਕੇਸ ਦੇ ਵਿੱਚ ਉਹਨੂੰ ਡਾਕਟਰ ਵਾਲੀ ਸਾਈਡ 'ਤੇ ਐਂਟਰ ਕਰਨ ਤੋਂ ਰੋਕਿਆ ਜਾਏਗਾ। ਬੇਸ਼ੱਕ ਉਹਦੇ ਕੋਲ ਸਰਟੀਫਿਕੇਟ ਹੈ ਪਰ ਡਾਕਟਰ ਲਾਈਨ ਦੇ ਲਈ ਨਹੀਂ, ਉਹ ਲਾਇਰਸ ਦੇ ਜਾਂ ਵਕਾਲਤ ਦੇ ਲਈ ਆ, ਠੀਕ ਹੈ। ਸੋ ਹਰੇਕ ਏਰੀਆ ਦੇ ਵਿੱਚ, ਹਰੇਕ ਸਾਈਡ ਦੇ ਵਿੱਚ ਰਿਸਟ੍ਰਿਕਟਡ ਐਂਟਰੀ ਹੈਗੀ ਆ ਕਿ ਅਕੋਰਡਿੰਗ ਟੂ ਨੌਲੇਜ, ਅਕੋਰਡਿੰਗ ਟੂ ਐਜੂਕੇਸ਼ਨ ਆ ਜਿਹੜਾ ਪਰਸਨ ਐਂਟਰ ਕਰ ਸਕਦਾ। ਬਿਨਾਂ ਪੜ੍ਹਾਈ ਤੋਂ, ਬਿਨਾਂ ਐਜੂਕੇਸ਼ਨ ਤੋਂ, ਬਿਨਾਂ ਟ੍ਰੇਨਿੰਗ ਤੋਂ ਕੋਈ ਵੀ ਪਰਸਨ ਹਰੇਕ ਪ੍ਰੋਫੈਸ਼ਨ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਇੱਕ ਅੱਧੇ ਜਿਹੜਾ ਇੱਕ ਪ੍ਰੋਫੈਸ਼ਨ ਹੋਏਗਾ ਉਹਦੇ ਵਿੱਚ ਹੀ ਐਂਟਰ ਹੋਏਗਾ। ਦਾਖਲੇ 'ਤੇ ਬੰਦਿਸ਼ ਕਹਿ ਸਕਦੇ ਹਾਂ ਕਿ ਦਾਖਲ ਹੋਣ ਦੇ ਵਿੱਚ, ਐਂਟਰ ਹੋਣ ਦੇ ਲਈ ਇਹਨਾਂ ਨੂੰ ਬੰਦਿਸ਼ ਹੈ ਜਿਹੜੀ ਲਗਾਈ ਜਾਂਦੀ ਹੈ। ਨੈਕਸਟ ਹੈ ਕੋਡ ਆਫ ਕੰਡਕਟ। ਕੋਡ ਆਫ ਕੰਡਕਟ ਕਾਫੀ ਵਾਰੀ ਪਹਿਲਾਂ ਹੋਇਆ ਡਿਸਕਸ, ਠੀਕ ਹੈ, ਕਈ ਪੁਆਇੰਟਸ ਦੇ ਵਿੱਚ ਇਹਨੂੰ ਐਡ ਕੀਤਾ ਗਿਆ। ਤਾਂ ਸਿੰਪਲ ਵਰਡ ਦੇ ਵਿੱਚ ਦੇਖੋ ਕਿ ਕੋਈ ਵੀ ਜਿਹੜੀ ਪ੍ਰੋਫੈਸ਼ਨਲ ਸੰਸਥਾ ਹੈ, ਠੀਕ ਹੈ, ਕੋਈ ਪ੍ਰੋਫੈਸ਼ਨਲ ਸੰਸਥਾ ਹੈ, ਉਹ ਕੀ ਆਪਣੇ ਜਿਹੜੇ ਪਰਸਨ ਹੋਣਗੇ, ਜਿਹੜੇ ਉਹਨਾਂ ਤੋਂ ਟ੍ਰੇਨਿੰਗ ਲੈ ਰਹੇ ਆ, ਉਹਨਾਂ ਨੂੰ ਇੱਕ ਕੋਡ ਆਫ ਕੰਡਕਟ ਪ੍ਰੋਵਾਈਡ ਕਰਨਗੇ, ਠੀਕ ਹੈ, ਜਿਹਦੇ ਵਿੱਚ ਕੁਝ ਸਿਧਾਂਤ ਲਿਖੇ ਹੋਣਗੇ ਜਿਨ੍ਹਾਂ 'ਤੇ ਉਹਨਾਂ ਨੇ ਅਮਲ ਕਰਨਾ ਹੋਏਗਾ। ਜਿਵੇਂ ਡਾਕਟਰਸ ਨੇ, ਠੀਕ ਹੈ, ਉਹਨਾਂ ਨੂੰ ਜਦੋਂ ਮੈਡੀਕਲ ਸਟਰੀਮ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਸਰਟੀਫਿਕੇਟ ਲੈਣਾ ਹੁੰਦਾ ਤਾਂ ਉਹਨਾਂ ਤੋਂ ਇੱਕ ਸ਼ਪਥ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਇੱਕ ਪ੍ਰੋਮਿਸ ਲਿਆ ਜਾਂਦਾ, ਠੀਕ ਹੈ। ਉਸ ਪ੍ਰੋਮਿਸ ਦੇ ਵਿੱਚ ਉਹਨਾਂ ਨੇ ਇਹ ਮੰਨਣਾ ਹੁੰਦਾ, ਰਿਟਨ ਦੇ ਵਿੱਚ ਵੀ ਔਰ ਔਰਲ ਦੇ ਵਿੱਚ ਵੀ, ਕਿ ਮੈਂ ਐਜ਼ ਆ ਡਾਕਟਰ ਕੰਮ ਕਰ ਰਿਹਾ, ਠੀਕ ਹੈ, ਮੈਂ ਕਿਸੇ ਨਾਲ ਵੀ ਭੇਦਭਾਵ ਦਾ ਜਿਹੜਾ ਕੰਮ ਆ ਨਹੀਂ ਕਰੂੰਗਾ। ਵੀ ਜੇ ਮੇਰੇ ਕੋਲ ਕਿਸੇ ਦੀ ਕੋਈ ਪੇਸ਼ੈਂਟ ਆਉਂਦਾ ਹੈ ਤਾਂ ਮੇਰਾ ਪਹਿਲਾ ਮੋਟਿਵ ਹੋਏਗਾ ਉਹਦਾ ਟਰੀਟਮੈਂਟ ਕਰਨਾ, ਠੀਕ ਹੈ, ਨਾ ਕਿ ਉਹਦੇ ਤੋਂ ਪੈਸਾ ਲੈਣਾ। ਦੂਸਰਾ ਹੋਏਗਾ ਕਿ ਮੈਂ ਚਾਹੇ ਕਿੰਨਾ ਵੀ ਕਿਸੇ ਦੇ ਨਾਲ ਲੜਿਆ ਹੋਵਾਂ ਜਾਂ, ਠੀਕ ਹੈ, ਜਾਂ ਮੇਰੇ ਕਿੰਨੇ ਵੀ ਫੈਮਿਲੀ ਇਸ਼ੂਜ਼ ਚੱਲ ਰਹੇ ਹੋਣ, ਅਗਰ ਕੋਈ ਪਰਸਨ ਮੇਰੇ ਕੋਲ ਟਰੀਟਮੈਂਟ ਲਈ ਆ ਰਿਹਾ ਤਾਂ ਮੈਂ ਉਹਨੂੰ ਟਰੀਟ ਕਰੂੰਗਾ ਐਜ਼ ਆ ਡਾਕਟਰ, ਨਾ ਕਿ ਕੋਈ ਕਹਿ ਸਕਦੇ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੋਏਗੀ ਉਹਦੀ, ਠੀਕ ਹੈ। ਤਾਂ ਉਹਨੇ ਐਜ਼ ਆ ਡਾਕਟਰ ਕੰਮ ਕਰਨਾ ਹੋਏਗਾ, ਪ੍ਰੋਫੈਸ਼ਨ ਦੀ ਤਰ੍ਹਾਂ ਕੰਮ ਕਰਨਾ ਹੋਏਗਾ, ਕੋਡ ਆਫ ਕੰਡਕਟ ਹੋਏਗਾ। ਹੌਸਪੀਟਲ ਦੇ ਵਿੱਚ ਉਹ ਡਾਕਟਰ ਹੋਏਗਾ, ਫੈਮਿਲੀ ਦੇ ਵਿੱਚ ਉਹ ਆ ਕੇ ਫੈਮਿਲੀ ਦੀ ਤਰ੍ਹਾਂ ਕੰਮ ਜਿਹੜਾ ਉਹ ਕਰੇਗਾ। ਸੋ ਸਿੰਪਲ ਵਰਡ ਦੇ ਵਿੱਚ ਆਪਾਂ ਕਹਾਂਗੇ ਕਿ ਪ੍ਰੋਫੈਸ਼ਨਲ ਹੈ ਜਿਹੜਾ ਉਹ ਕੋਡ ਆਫ ਕੰਡਕਟ ਦੇ ਜ਼ਰੀਏ ਕੰਮ ਕਰੇਗਾ, ਔਰ ਉਹ ਕੋਡ ਆਫ ਕੰਡਕਟ ਉਹਨੂੰ ਇੱਕ ਜਿਹੜਾ ਅਥੋਰਿਟੀ ਹੈ, ਰਿਪਰੈਜ਼ੈਂਟੇਟਿਵ ਅਥੋਰਿਟੀ ਹੈ ਜਿਹੜੀ, ਠੀਕ ਹੈ, ਰੈਗੂਲੇਸ਼ਨ ਦੇ ਜ਼ਰੀਏ ਉਹਨਾਂ ਨੂੰ ਮਿਲੇਗੀ ਔਰ ਉਹਦੇ ਮੁਤਾਬਿਕ ਹੀ ਕੰਮ ਚੱਲੇਗਾ। ਸੋ ਇਹ ਸੀ ਤੁਹਾਡੇ ਅੱਜ ਦੇ ਟੌਪਿਕਸ, ਠੀਕ ਹੈ। ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਏਗੀ। ਇਸ ਤੋਂ ਬਾਅਦ ਜਿਹੜਾ ਟੌਪਿਕ ਹੋਏਗਾ ਉਹ ਤੁਹਾਡਾ ਇੰਪਲੋਇਮੈਂਟ ਹੋਏਗਾ। ਸੋ ਪਹਿਲਾਂ ਦੇਖਿਆ ਹੋਊਗਾ ਤੁਸੀਂ ਬਿਜ਼ਨਸ, ਠੀਕ ਹੈ, ਸੈਕਿੰਡ ਹੈ ਤੁਹਾਡਾ ਪ੍ਰੋਫੈਸ਼ਨ ਜਾਣੀ ਕਿ ਕਿੱਤਾ, ਔਰ ਥਰਡ ਹੋਏਗਾ ਰੁਜ਼ਗਾਰ ਜਾਣੀ ਕਿ ਇੰਪਲੋਇਮੈਂਟ, ਠੀਕ ਹੈ। ਸੋ ਤਿੰਨੇ ਕੰਸੈਪਟ ਕਲੀਅਰ ਕਰਨੇ ਆ, ਔਰ ਅਗਰ ਕੋਈ ਡਾਊਟ ਹੋਏ ਤਾਂ ਪੁੱਛ ਸਕਦੇ ਹੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।